ਫਰੀਦਾ ਮੈਂ ਜਾਣਿਆ ਦੁਖ ਮੁਝਕੂ, ਦੁਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅਗ। ਇੱਥੇ ਘਰ ਘਰ ਦੇ ਅਰਥ ਨੇ ਹਿਰਦਾ ਰੂਪੀ ਘਰ। ਉੱਚੇ ਚੜਨ ਦਾ ਭਾਵ ਹੈ ਜਦੋਂ ਬੰਦਗੀ ਕਰਕੇ ਸੁਰਤ ਉੱਚੀ ਗਈ, ਭਾਵ ਕਿ ਦੁਨੀਆ ਦੇ ਮੋਹ ਮਾਇਆ ਤੋਂ ਬਾਬਾ ਫਰੀਦ ਕਹਿੰਦੇ ਜਦੋਂ ਖੁਦਾ ਨੇ ਮੈਨੂੰ ਉੱਪਰ ਕੀਤਾ, ਫਿਰ ਮੈਨੂੰ ਇਹ ਗੱਲ ਸਮਝ ਆਈ, ਉਹ ਮਨਾ ਇਹ ਮੇਰੇ ਹਿਰਦੇ ਦੀ ਕਹਾਣੀ ਨਹੀਂ, ਇਹ ਤਾਂ ਮਾਇਆ ਦੀ ਜਾਂ ਤ੍ਰਿਸ਼ਨਾ ਦੀ ਵਕਾਰਾਂ ਦੀ ਅੱਗ। ਹਿਰਦੇ ਤਾਂ ਸਾਰਿਆਂ ਦੇ ਤਪਦੇ ਪਏ ਨੇ। ਫਿਰ ਕਹਿੰਦੇ ਕਿੰਜ ਨਾ ਬੁੱਝੈ ਕਿੰਜ ਨਾ ਸੁਝੈ, ਦੁਨੀਆ ਗੁੱਝੀ ਭਾਹੇ। ਇੱਥੇ ਭਾਹੇ ਦੇ ਅਰਥ ਨੇ ਅੱਗ। ਕਹਿੰਦੇ ਉਸ ਅੱਗ ਤੋਂ ਬਚਣ ਲਈ, ਵੇਖੋ ਸੰਗਤ ਜੀ ਇਹ ਨਾ ਬੜਾ ਡੂੰਘਾ ਵਿਸ਼ਾ। ਵੈਸੇ ਬਾਹਰ ਦੀ ਅੱਗ ਬਲਦੀ ਹੋਵੇ ਨਾ ਤੇ ਉਸ ਅੱਗ ਦੇ ਵਿੱਚ ਅਸੀਂ ਕੀਮਤੀ ਲੱਕੜ ਵੀ ਪਾ ਦਈਏ, ਕੀਮਤੀ ਸਾਜੋ ਸਮਾਨ ਪਾ ਦਈਏ, ਅੱਗ ਕੀ ਕਰਦੀ ਉਹਨੂੰ ਸਾੜੀ ਚੱਲੂਗੀ ਨਾਲ ਨਾਲ। ਹੁਣ ਮਹਾਰਾਜ ਕਹਿੰਦੇ ਬਾਹਰ ਅੱਗ ਬਲਦੀ ਹੋਵੇ, ਉਹਦੇ ਵਿੱਚ ਚੰਦਨ ਸੁੱਟੋ, ਕੈਲ ਸੁੱਟੋ, ਭਾਵੇਂ ਕੋਈ ਹੋਰ ਮਹਿੰਗਾ ਪਦਾਰਥ ਸੁੱਟੋ, ਅੱਗ ਦਾ ਕੰਮ ਹੈ ਸਾੜਨਾ। ਹੁਣ ਜੇ ਮਨ ਦੇ ਅੰਦਰ ਵਕਾਰਾਂ ਦੀ, ਤ੍ਰਿਸ਼ਨਾ ਦੀ ਜਾਂ ਹੋਰ ਬੇਅੰਤ ਪ੍ਰਕਾਰ ਦੇ ਝਖੜਾਂ ਦੀ ਅੱਗ ਬਲਦੀ ਆ, ਫਿਰ ਇਹ ਵੀ ਅੱਗ ਨਾ ਸਾਡੇ ਗੁਣ ਸਾੜ ਦਿੰਦੀ ਆ। ਇਹ ਅੱਗ ਸਾਡੇ ਨਿਤਨੇਮ ਕੀਤੇ ਨੂੰ ਸਾੜ ਦਿੰਦੀ ਆ। ਇਹ ਅੱਗ ਸਾਡੇ ਕੱਟੇ ਹੋਏ ਦਸਵੰਧ ਨੂੰ ਸਾੜ ਦਿੰਦੀ ਆ। ਮਾਫ ਕਰਿਓ, ਜਨਮਾਂ ਜਨਮਾਂ ਦੀ ਮਿਹਨਤ ਕੀਤਿਆਂ ਕੋਈ ਧਨ ਸਮੱਗਰੀ ਇਕੱਠੀ ਕੀਤੀ, ਅੱਗ ਨੇ ਵੇਖਦਿਆਂ ਵੇਖਦਿਆਂ ਕੁਝ ਪਲਾਂ 'ਚ ਸਾੜਤੀ। ਕਈ ਸਾਲ ਲਾ ਕੇ ਨਿਤਨੇਮ ਦੀਆਂ, ਦਸਵੰਧ ਦੀਆਂ, ਚੰਗੇ ਕਰਮਾਂ ਦੀਆਂ ਕਮਾਈਆਂ ਕੀਤੀਆਂ, ਪਰ ਇੱਕ ਖਿੜਦੀ ਤ੍ਰਿਸ਼ਨਾ ਨੇ, ਅੱਗ ਨੇ ਸਭ ਕੁਝ ਸਾੜ ਕੇ ਰੱਖਤਾ। ਤਾਂ ਕਰਕੇ ਕਿ ਇਹ ਬਹੁਤ ਮਹਾਰਾਜ ਸੱਚੇ ਪਿਤਾ ਕਹਿੰਦੇ ਐਵੇਂ ਨਹੀਂ, ਇਹ ਬਹੁਤ ਭਿਆਨਕ ਹੈ ਜੇ ਹਿਰਦਿਆਂ 'ਚ ਬਲਦੀ ਪਈ ਆ। ਹਾਂ, ਇਸ ਅੱਗ ਨੂੰ ਬੁਝਾਇਆ ਜਾਂਦਾ ਹੈ, ਉਹ ਹੈ ਕੇਵਲ ਵਾਹਿਗੁਰੂ ਜੀ ਦੀ ਬਾਣੀ ਨਾਲ। ਅੱਗੇ ਅਸੀਂ ਵੇਖਾਂਗੇ ਉਦਾਹਰਨ ਲੈ ਕੇ ਇਤਿਹਾਸ 'ਚੋਂ। ਸਤਿਗੁਰੂ ਪਿਤਾ ਕਹਿੰਦੇ ਕਿੰਜ ਨਾ ਬੁੱਝੈ, ਮੈਨੂੰ ਸਮਝ ਨਹੀਂ ਆਉਂਦੀ। ਬਾਬਾ ਫਰੀਦ ਕਹਿੰਦੇ ਕਿੰਜ ਨਾ ਸੁਝੈ, ਦੁਨੀਆ ਗੁੱਝੀ ਭਾਹੇ। ਪਰ ਹਾਂ, ਅਸੀਂ ਆਪਣਾ ਪੱਲਾ ਵਾਹਿਗੁਰੂ ਜੀ ਨੂੰ ਫੜਾ ਦਈਏ, ਗੁਰੂ ਬਾਣੀ ਨੂੰ ਫੜਾ ਦਈਏ, ਫਿਰ ਹੈ ਸਾਈਂ ਮੇਰਾ ਚੰਗਾ ਕੀਤਾ। ਇੱਥੇ ਸਾਈਂ ਦੇ ਅਰਥ ਨੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਜੀ ਦਾ ਘਰ, ਧੰਨ ਸ਼੍ਰੀ ਗੁਰੂ ਅਰਜਨ ਦੇ ਪਿਤਾ ਜੀ। ਸਤਿਗੁਰੂ ਕਹਿੰਦੇ ਵਾਹਿਗੁਰੂ ਰੂਪੀ ਗੁਰੂ ਨੇ ਬਹੁਤ ਚੰਗਾ ਵਸੀਲਾ ਹੁਣ ਜੀਵਨ ਦਾ ਬਣਾਤਾ। ਹੁਣ ਇਹ ਜੀਵਨ ਕੀ ਕਰਦਾ? ਸਾਈ ਮੇਰਾ ਚੰਗਾ ਕੀਤਾ, ਨਾਹੇ ਤਾਂ ਹੰਬੀ ਦੰਜਾ ਆਹੇ। ਦੰਜਾਂ ਦੇ ਅਰਥ ਨੇ ਬਾਬਾ ਫਰੀਦ ਕਹਿੰਦੇ ਨਹੀਂ ਤਾਂ ਸਾਡੇ ਵੀ ਆਤਮਿਕ ਗੁਣ ਰੋਜ਼ ਸੜ ਜਾਣੇ ਸੀ। ਸਤਿਗੁਰੂ ਪਿਤਾ ਪਾਤਸ਼ਾਹ ਜੀ ਬਾਣੀ ਦੇ ਅੰਦਰ ਸੰਗਤ ਸਾਨੂੰ ਇਹੀ ਸਮਝਾ ਰਹੇ ਨੇ ਅੱਜ ਕਿ ਜਦੋਂ ਆਪਾਂ ਦੁਨੀਆ ਦੇ ਵਸੀਲਿਆਂ ਵਿੱਚ ਬਹਿ ਕੇ ਕੇਵਲ ਸਰੀਰਕ ਠੰਡਕ ਦੇ ਮਗਰ ਲੱਗਾਂਗੇ, ਸਾਡੀ ਆਤਮਾ ਦੀ ਅੱਗ ਬਿਲਕੁਲ ਨਹੀਂ ਬੁਝਣੀ। ਕਿਉਂਕਿ ਸਤਿਗੁਰੂ ਪਿਤਾ ਜੀ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸੱਚ ਹੈ ਕਿ ਦੁਨੀਆ ਦੀ ਸਮੱਗਰੀ, ਦੁਨੀਆ ਦੇ ਸਾਧਨ ਕੇਵਲ ਥੋੜ ਚਿਰੇ ਨੇ। ਵੇਖੋ ਗਰਮੀ ਪਵੇ, ਅਸੀਂ ਪੱਖਿਆਂ ਤੋਂ ਏਸੀ ਤੱਕ ਲਾ ਲੈਂਦੇ ਆ ਕਿ ਸਾਡੇ ਤਨ ਨੂੰ ਠੰਡ ਮਿਲੇ, ਪਰ ਸਤਿਗੁਰੂ ਕਹਿੰਦੇ ਜੇ ਸਰੀਰ ਨੂੰ ਹੀ ਕੇਵਲ ਠੰਡ ਦਿੰਦੇ ਰਹਿ ਗਏ ਤੇ ਆਤਮਾ ਅੰਦਰ ਤੜਪਦੀ ਰਹਿ ਗਈ। ਕਈ ਵਾਰੀ ਫਿਰ ਉਹ ਦੁਨੀਆ ਦੇ ਸਾਧਨਾ 'ਚ ਪਿਆ ਵੀ ਬੰਦਾ ਕਰੁੱਜ ਕਰਦਾ। ਉਹਦਾ ਰਿਜ਼ਲਟ ਕੀ ਹੈ? ਸਤਿਗੁਰੂ ਇਦਾਂ ਹੁੰਦਾ ਕਿਉਂ? ਤੇ ਫਿਰ ਗੁਰੂ ਸਾਹਿਬ ਦਾ ਇੱਕ ਬਚਨ ਹੈ, ਜੀਓ ਤਪਤ ਹੈ ਬਾਰੋ ਬਾਰ। ਵੇਖੋ ਅੱਜ ਕੇਵਲ ਇੱਕੋ ਹੀ ਵਿਸ਼ਾ ਕਿ ਆਸ਼ਾੜ ਤਪੰਦਾ ਤਿਸ ਲੱਗੈ। ਤਿਸ ਦਾ ਭਾਵ ਉਹਨਾਂ ਨੂੰ ਲੱਗਦਾ ਇਹ ਮਹੀਨਾ ਤਪਦਾ। ਫਿਰ ਬੇਨਤੀ, ਇਹ ਇਕੱਲੇ ਮਹੀਨੇ ਦੀ ਕਹਾਣੀ ਨਹੀਂ, ਇਹ ਗੁਰਬਾਣੀ ਦੀ ਕੋਈ ਵੀ ਪੰਕਤੀ ਨਾ ਜੇ ਅਸੀਂ ਸੀਮਤ ਕਰ ਦਈਏ, ਲੋ ਜੀ ਸਾੜ ਮਹੀਨਾ ਚਲੋ ਲੰਘ ਗਿਆ, ਉਪਦੇਸ਼ ਮੁੱਕ ਗਿਆ, ਨਹੀਂ। ਗੁਰੂ ਦੀ ਤਾਂ ਇੱਕ ਇੱਕ ਅੱਖਰ ਜਿਹੜਾ ਉਹ ਪੂਰੇ ਜੀਵਨ 'ਚ ਕਮਾਉਣ ਵਾਲਾ ਜਾਂ ਪੂਰੇ ਜੀਵਨ ਦੀ ਅਗਵਾਈ ਕਰਦਾ। ਸੋ ਸਤਿਗੁਰੂ ਪਿਤਾ ਕਹਿੰਦੇ ਅੱਜ ਅਸੀਂ ਗੁਰੂ ਕੋਲੋਂ ਕੀ ਲੈਣਾ? ਖੁਦਕ ਨਾਮ ਖੁਦਾਇਆ ਲੈਣਾ। ਅੱਜ ਅਸੀਂ ਗੁਰੂ ਕੋਲੋਂ ਉਹ ਦਾਤ ਲੈਣੀ ਹੈ ਸੰਗਤ ਜੀ, ਜਿਹੜੀ ਦਾਤ ਗੁਰਾਂ ਨੇ ਕਮਾਈ। ਵੈਸੇ ਗੁਰੂ ਅਰਜਨ ਦੇ ਪਿਤਾ ਮਹਾਰਾਜ ਦਾ ਪੂਰਾ ਜੀਵਨ ਹੀ ਇੱਥੇ ਟੁੱਕਦਾ। ਜੇ ਅਸੀਂ ਇੱਕ ਖਿਲ ਨਿਕਲ ਕੇ ਚੱਲੀਏ ਨਾ, ਵੇਖੋ ਮਾਤਾ ਭਾਨੀ ਜੀ ਦੇ ਨਾਮ 'ਚ ਕਿੰਨੀ ਠੰਡਕ ਹੈ। ਭਾਣੇ ਨੂੰ ਮੰਨਣ ਵਾਲੀ ਭਾਨੀ ਆ, ਉਸ ਭਾਣੇ ਨੂੰ ਮੰਨਣ ਵਾਲੀ ਭਾਨੀ ਮਾਤਾ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਅਰਜਨ ਦੇਵ ਪਿਤਾ ਭਾਣੇ ਨੂੰ ਮੰਨਣ ਵਾਲੇ ਜਿਹੜੇ ਉਹ ਆਗਮਨ ਲੈ ਰਹੇ ਨੇ, ਉਹ ਧੰਨ ਗੁਰੂ ਅਰਜਨ ਦੇ ਪਿਤਾ ਕਿੰਨੇ ਠੰਡੇ ਹੋਣਗੇ ਨਾ। ਤੁਸੀਂ ਕਹੋਗੇ ਉਹ ਕਿਵੇਂ ਅੰਦਾਜ਼ਾ ਲਾਈਏ? ਕਹਿੰਦੇ ਗੁਰਾਂ ਦੀ ਸੁਖਮਣੀ ਪੜ੍ਹ ਕੇ ਵੇਖੋ ਗੁਰੂ ਕਿੰਨਾ ਠੰਡਾ ਹੋਵੇਗਾ। ਵੇਖੋ ਇਸ ਬਾਣੀ ਦਾ ਕਿਉਂ ਜਾਪ ਕਰਨਾ ਸੰਗਤ ਜੀ? ਜਿੱਦਾਂ ਨੂੰ ਸਮਝ ਆਈ ਸੀ ਨਾ ਇਸ ਬਾਣੀ ਦੀ,
बड़े बड़े वड्डे कल भी बेनती की, तुसी कदे इतिहास पढ़ के वेखो, वड्डे वड्डे गोरियां दे राइटर, वड्डे वड्डे बॉलीवुड दीयां हस्तियां भी ये गल कह गईयां सी मरन लग्गियां, साडी कबर दे नाल साडी लोथ लाण सुखमनी साहिब दी पोथी जरूर रखियो, क्योंकि ਜਿਹੜੇ रोज अभ्यास करते ना वो बाणी नूं हमेशा अपने अंग संग समझते। सो इन्ना की इशारा बड़ा कि ਜਿਹੜਾ ਸੀ ਉਹ महीना जून ਦਾ ਤਪਦਾ ਸੀ, ਜਿਹੜਾ ਸੀ औरंग अपने जहांगीर तपदा सी, चंदू तपदा सी, लाहौर दे विच जिन्ने गुरु विरोधी सी ਉਹ तपदे सी। कमाल दी गल तवी तपदी सी, देग दा पानी तपदा सी, अग दियां लाटां निकल निकल के बाहर आउंदियां सी। सारे तपाउण वालियां ने जोर ला लिया, पर गुरु रामदास ते माता भानी जी दा जाया ही नहीं तपिया। ਉਹ ਤੇ ਤੱਤੀ ਤਵੀ ਤੇ ਬਹਿ ਕੇ ਵੀ ਸੱਚ ਐਵੇਂ ਠੰਡ ਵਰਤਾਂਦਾ ਰਿਹਾ ਤੇ ਇੱਕੋ ਗੱਲ ਕਹਿੰਦਾ ਸੀ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਅੰਦਰ ਕਿੰਨੀ ਠੰਡ ਸੀ ਤੇ ਗੁਰੂ ਦਾ ਰਿਦਾ ਸੁਖਮਣੀ ਪੜੋ, ਸੁਖਮਣੀ ਪੜ ਕੇ ਇੰਨੀ ਠੰਡ ਅੰਦਰ ਆ ਜਾਂਦੀ ਆ, ਫਿਰ ਉਸ ਠੰਡਕ ਨੂੰ ਮਹਿਸੂਸ ਆਪਾਂ ਕਰਦੇ ਆ। ਸਤਿਗੁਰੂ ਪਿਤਾ ਕਹਿੰਦੇ ਕਲ ਤਾਤੀ, ਇਹ ਕਲਯੁਗ ਤੱਤਾ ਹੈ ਭਾਈ, ਕਲਯੁਗ ਦੀ ਦੁਨੀਆ ਤੱਤੀ ਹੈ। ਮਾਇਆ ਧਾਰੀ ਕਲਯੁਗੀ ਸੁਭਾਅ ਬਹੁਤ ਤੱਤੇ ਆ, ਪਰ ਇਨ੍ਹਾਂ ਸੁਭਾਵਾਂ ਵਿੱਚ ਰਹਿ ਕੇ ਸੱਚ ਐਵੇਂ ਠੰਡਾ ਹਰ ਡਾਓ। ਇੱਕ ਚੀਜ਼ ਹੈ ਜੋ ਬਹੁਤ ਠੰਡੀ ਹੈ, ਇੱਕ ਚੀਜ਼ ਹੈ ਵੇਖੋ ਪਿਆਸ ਲੱਗੀ, ਅਸੀਂ ਕਹਿੰਦੇ ਪਾਣੀ ਦੇ ਦਿਓ ਪਾਣੀ ਦੇ ਦਿਓ, ਠੰਡ ਪੈ ਗਈ ਪਾਣੀ ਪੀ ਕੇ, ਪਰ ਬਾਅਦ 'ਚ ਕਹਿੰਦੇ 5 ਮਿੰਟ ਬਾਅਦ ਫਿਰ ਉਹੀ ਹਾਲ। ਜਦੋਂ ਤੱਕ ਆਤਮਾ ਠੰਡੀ ਨਹੀਂ ਹੁੰਦੀ ਉਨੀ ਦੇਰ ਤੱਕ ਜ਼ਿੰਦਗੀ ਦੇ ਅੰਦਰ ਬਾਹਰੀ ਠੰਡਕ ਸਾਨੂੰ ਕਦੇ ਵੀ ਉਹ ਸੁੱਖ ਜਾਂ ਕਹਿ ਲਓ ਸੰਗਤ ਜੀ ਉਹ ਸੀਤਲਤਾ ਨਹੀਂ ਦੇ ਸਕਦੀ। ਪਿਤਾ ਜੀ ਅੱਜ ਇਹ ਕਿਰਪਾ ਕਰਦੇ ਨੇ ਕਿ ਆਓ ਆਪਾਂ ਉਸ ਮਾਰਗ ਤੇ ਤੁਰੀਏ ਜਿਸ ਮਾਰਗ ਤੇ ਤੁਰਿਆ ਸੱਚਾ ਨਾਮ ਸੱਚੀ ਬਾਣੀ ਮਿਲੇ, ਕਿਉਂਕਿ ਬਾਣੀ ਲਈ ਵੀ ਸੀਤਲਤਾ ਸ਼ਬਦ ਤੇ ਨਾਮ ਲਈ ਵੀ ਸੀਤਲਤਾ ਸ਼ਬਦ ਵਰਤਿਆ। ਸਤਿਗੁਰੂ ਕਹਿੰਦੇ ਅੰਮ੍ਰਿਤ ਬਾਣੀ ਹਰ ਹੈ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ। ਵੇਖੋ ਅੰਦਰ ਦੀ ਹੁਣ ਸੜਨ ਬੁੱਝ ਗਈ ਹੈ, ਉਹ ਤ੍ਰਿਸ਼ਨਾ ਦੀ ਭੱਠੀ ਬੁੱਝ ਗਈ, ਜਲਨ ਬੁੱਝੀ ਸੀਤਲ ਹੋਏ ਮਨੁਆ, ਤੇ ਮਨ ਸੀਤਲ ਹੋ ਗਿਆ। ਪਰ ਹੋਇਆ ਕਦੋਂ? ਜਦੋਂ ਅੰਮ੍ਰਿਤ ਰੂਪੀ ਬਾਣੀ ਨਾਲ ਜੁੜੇ, ਜਦੋਂ ਅੰਮ੍ਰਿਤ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ। ਕਹਿੰਦੇ ਜਿਨ੍ਹਾਂ ਨੇ ਪੀ ਲਈ ਉਹ ਮੋਖ ਦੁਆਰ ਤੇ ਪਹੁੰਚੇ। ਇੱਕ ਬਚਨ ਹੈ ਸਤਿਗੁਰੂ ਦਾ ਕਿ ਅਸਾੜ ਤਪੱਦਾ ਤਿਸ ਲੱਗੈ, ਹਰ ਡਾਹ ਨਾ ਜਿਨ੍ਹਾਂ ਪਾਸ। ਸਤਿਗੁਰੂ ਪਿਤਾ ਜੀ ਨੇ ਨਾ ਇੱਥੇ ਤਪਦਿਆਂ ਦੇ ਹਾਲ ਦੱਸੇ ਨੇ, ਤੇ ਇੱਕ ਸ਼ਲੋਕ ਹੈ ਪਾਤਸ਼ਾਹ ਜੀ ਦਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਵੇਖੋ ਦੁਨੀਆ ਦੀਆਂ ਨਦੀਆਂ ਨਾ ਜੋ ਅੱਖਾਂ ਨਾਲ ਵੇਖਦੇ ਆ ਉਹਨਾਂ 'ਚ ਪਾਣੀ ਵਗਦੇ ਆ, ਪਰ ਸੰਗਤ ਜੀ ਕੁਝ ਸੂਖਮ ਨਦੀਆਂ ਨੇ ਸਾਡੀ ਜੀਵਨ ਦੇ ਅੰਦਰ, ਉਹ ਸਾਰਿਆਂ ਕੋਲ ਨੇ। ਇਹ 4 ਨਦੀਆਂ ਨੇ। ਪਹਿਲੀ ਨਦੀ ਹੈ ਹੰਸ। ਹੰਸ ਦੇ ਅਰਥ ਬਾਣੀ ਅੰਦਰ ਇੱਕ ਪੰਛੀ ਨਾਲ ਵੀ ਆਏ, ਹੰਸ ਦੇ ਅੰਦਰ ਅਰਥ ਗੁਰਮੁਖਾਂ ਨੇ ਗੁਰਮੁਖ ਰੂਹ ਨਾਲ ਵੀ ਕੀਤੇ, ਪਰ ਇੱਥੇ ਹੰਸ ਦੇ ਸੱਚੇ ਨੂੰ ਸਿਹਾਰੀਆ, ਇਹਦੇ ਅਰਥ ਨੇ ਨਿਰਦਇਆ। ਇਹ ਨਦੀ ਸਾਰਿਆਂ ਦੇ ਹਿਰਦੇ 'ਚ ਹੈ ਕਿ ਸਾਨੂੰ ਕਿਸੇ ਵੱਲ ਵੇਖ ਕੇ ਤਰਸ ਨਹੀਂ ਆਉਣਾ। ਇਹ ਮੱਝ ਕਹਿੰਦੇ ਨਿਰਦਇਆ ਦੀ ਨਦੀ ਹੈ। ਇਹ ਇਸ ਨਦੀ ਦੀ ਅੱਗ 'ਚ ਅਸੀਂ ਸਾਰੇ ਸੜ ਰਹੇ ਹਾਂ। ਹੰਸ ਹੇਤ ਕਹਿੰਦੇ ਪਦਾਰਥਾਂ ਦਾ ਮੋਹ ਜਾਂ ਸਰੀਰਾਂ ਦਾ ਮੋਹ, ਇਸ ਨਦੀ 'ਚ ਵੀ ਅਸੀਂ ਸੜ ਰਹੇ ਹਾਂ, ਕਿਉਂਕਿ ਇਸ ਮੋਹ ਨੇ ਸਾਨੂੰ ਵਾਹਿਗੁਰੂ ਜੀ ਦਾ ਮੋਹ ਭੁਲਾਤਾ। ਹੰਸ ਹੇਤ ਲੋਭ ਕੋਪ, ਲੋਭ ਦੇ ਅਰਥ ਚਲੋ ਸੌਖੇ ਹੀ ਆ ਕਿ ਜ਼ਿੰਦਗੀ ਦਾ ਲੋਭ ਕੀਤਾ, ਇਹ ਵੀ ਨਦੀ ਸਾਡੇ ਕੋਲ ਹੀ ਆ। ਹੰਸ ਹੇਤ ਲੋਭ ਕੋਪ, ਕੋਪ ਦੇ ਅਰਥ ਨੇ ਕ੍ਰੋਧਤਾ, ਕਿ ਬਾਹਰ ਸੱਚੇ ਪਿਤਾ ਕਹਿੰਦੇ ਇਹ 4 ਨਦੀਆਂ ਸਾਰਿਆਂ ਕੋਲ ਨੇ, ਦਿਸਦੀਆਂ ਕਿਸੇ ਨੂੰ ਨਹੀਂ, ਪਰ ਜਿਹੜੇ ਜਿਹੜੇ ਜੀਵਨ ਇਹਨਾਂ ਨਦੀਆਂ 'ਚ ਪਏ ਉਹਨਾਂ ਦੀ ਆਤਮਿਕ ਜ਼ਿੰਦਗੀ ਸੜ ਗਈ। ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਰ ਪਾਤਸ਼ਾਹ ਬਚੀਏ ਕਿਵੇਂ? ਸਤਿਗੁਰੂ ਪਿਤਾ ਜੀ ਕਹਿੰਦੇ ਪਵੇਂ ਦੱਜੈ ਨਾਨਕਾ, ਜਿਨ੍ਹਾਂ ਨਦੀਆਂ 'ਚ ਪੈ ਗਿਓ ਤੇ ਆਤਮਿਕ ਜ਼ਿੰਦਗੀ ਸੜ ਜੂਗੀ। ਸੱਚ ਐਵੇਂ ਤਰੀਐ ਕਰਬੀ ਲੱਗ, ਜੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਲੱਗ ਜਾਈਏ ਫਿਰ ਇਸ ਨਦੀ ਤੋਂ ਅਸੀਂ ਸਹਿਜੇ ਪਾਰ ਹੋ ਸਕਦੇ ਆ। 4 ਨਦੀਆਂ ਤੋਂ ਸੰਗਤ ਇੱਕ ਚਲੋ ਉਦਾਹਰਨ ਲੈ ਲਈਏ ਖਡੂਰ ਸਾਹਿਬ ਦੀ ਧਰਤੀ ਦੀ ਕਿ ਅਸਾੜ ਤਪੰਦਾ ਤਿਸ ਲੱਗਿਆ। ਭਾਈ ਕੇਦਾਰੀ ਜੀ ਇੱਕ ਹੋਏ ਨੇ, ਗੁਰੂ ਅੰਗਦ ਪਿਤਾ ਜੀ ਕੋਲ ਆਏ ਤੇ ਪੁਰਾਣੇ ਸਮਿਆਂ ਦਾ ਨਾ ਖਡੂਰ ਸਾਹਿਬ ਦਾ ਕਿਤੇ ਇਤਿਹਾਸ ਪੜ੍ਹਿਓ। ਅੱਜ ਵੀ ਵੈਸੇ ਬਹੁਤ ਭਾਰੇ ਤੇ ਘਣੇ ਜੰਗਲ ਹੁੰਦੇ ਸੀ ਖਡੂਰ ਸਾਹਿਬ। ਧੰਨ ਗੁਰੂ ਅੰਗਦ ਦੇ ਪਿਤਾ ਨੇ ਇਸ ਇਲਾਕੇ ਨੂੰ ਜਿਹੜਾ ਸੀ ਉਹ ਉਜਾਗਰ ਕੀਤਾ। ਕਹਿੰਦੇ ਇੱਕ ਦਿਨ ਭਾਈ ਕੇਦਾਰੀ ਜੀ ਆਏ, ਬੜੇ ਸਵਾਲ ਜਵਾਬ ਹੋਏ। ਉਹਨਾਂ ਵਿੱਚੋਂ ਇੱਕ ਸਵਾਲ ਸੀ, ਸਤਿਗੁਰੂ ਜੀ
ये दुनिया मोह माया दी भरी है। होवे अहंकार काम करो लोभ में झखड़ झुलदे आ, तृष्णा दे वकारां ते झखड़ झुलदे आ। सतगुरु इस अग तो किवें बचिया जाए। मेरे पातशाह ने ना बड़ी सोहनी उदाहरण दिती ते सतगुरु पिता जी कहते कि भाई केदारी बड़ा दुरुस्त सवाल किया कि ये जो अग दिसदी नहीं पर सानू साड़ियां नू इस अग ने अंदरों साड़ वाल दिता है, सतगुरु किवें बचीए। ते पातशाह जी कहते आ वेखो खडूर साहब दे जंगल बड़े घने आ। सारी संगत ने कहा बिल्कुल सतगुरु। पातशाह कहते इन्हां जंगलों विच बड़े खूंखार जानवर भी रहिंदे आ। इत आदि कहते बिल्कुल सतगुरु। कहते सिखो दसो जसो जंगल नू अग लग जे ते जानवर अपने बचाउण नू की करनगे। ते सारिਆਂ ने इक्को टिक जवाब दिता इन्हां जंगलों विच ही पानी दे निक्के निक्के टोभे हुंदे आ सतगुरु, ते पानी दा ते अग दा विरोध है आपस दे अंदर। जदों जंगल नू अग लगे ते जंगल दे अग दा सेक जानवरां ते पवे ओ पानी दे डुंगाह च चले जांदे आ। ਜਿਹੜੇ ਜਿਹੜੇ पानी दे डुंगाह च चले जान बाहरी अग उन्हां नू तत्ती वाह नहीं लाउंदी। देखो कमाल करती ना गुरु साहब ने। उदाहरणां सानू इहो ही देणियां पर गल सानू अंदर दी समझा गए। भाई केदारी जी बस इसे तरह जंगल दी अग लगी ते जानवरां दे तन ते सेक पिया, उन्हां ने दौड़ के पानी दी शरण लई। अग उन्हां नू कर कुछ ना सकी। ये वकारां दे तृष्णा दे होमे दे मोह माया दे बाहरी अग दे झक्कड़ झुल रहे आ, जिन्हां दे तन नू सेक लगा। ਜਿਹੜੇ ਬਾਣੀ ਦੀ ਸ਼ਰਨ ਲੈ ਲੈਣਗੇ ਉਹਨਾਂ ਦੀ ਆਤਮਾ ਨੂੰ ਤੱਤੀ ਵਾਹ ਨਹੀਂ ਲੱਗੂਗੀ। ਸੰਗਤ ਹੁਣ ਇਹ ਸਾਡੇ ਤੇ ਹੈ ਕਿ ਆਪਾਂ ਦੇਖੋ ਸਾਰੇ ਚਾਹੁੰਦੇ ਆ ਜ਼ਿੰਦਗੀ ਖੇੜੇ 'ਚ ਬਤੀਤ ਕਰੀਏ, ਪਰ ਖੇੜਾ ਤਾਂ ਨਾ ਖੇੜਾ ਇੱਕ ਰੁੱਖ ਲਾਈਏ ਤੇ ਉਹਦੇ ਥੱਲੇ ਅੱਗ ਬਾਲ ਦਈਏ, ਉਹ ਫਿਰ ਬਾਹਰੀ ਖੇੜਾ ਉੱਡ ਪੁੱਟ ਜਾਣਾ। ਪਰ ਜੇ ਰੁੱਖ ਨੂੰ ਪਾਣੀ ਦੇਾਂਗੇ ਉਹ ਖੇੜਾ ਹਮੇਸ਼ਾ ਹੀ ਪ੍ਰਫੁੱਲਤ ਰਹੂਗਾ। ਇਸੇ ਤਰ੍ਹਾਂ ਜੀਵਨ ਆ, ਸਾਡੇ ਜੀਵਨ ਦਾ ਖੇੜਾ ਸਾਡੀ ਆਤਮਾ ਦੀ ਜੜ ਨੂੰ ਪਾਣੀ ਦੇ ਕੇ ਮਿਲਣਾ। ਅਸੀਂ ਨਾ ਥੋੜੇ ਭਰਮ ਚ ਪੈ ਗਏ, ਸਾਡੀ ਜ਼ਿੰਦਗੀ ਦਾ ਰੂਟ ਬਦਲ ਗਿਆ। ਅੱਜ ਦੀ ਮਨੁੱਖਤਾ ਦਾ ਹੋਇਆ ਕਿ ਅਸੀਂ ਘਰ ਚ ਰੁੱਖ ਲਾਇਆ, ਜੜ ਨੂੰ ਪਾਣੀ ਨਾ ਦਿੱਤਾ ਤੇ ਪੱਤੇ ਸਾਫ਼ ਕਰਨ ਤੁਰ ਪਏ। ਪੱਤਿਆਂ ਨੂੰ ਰੋਜ਼ ਪਾਣੀ ਤਰੁੰਕਣਾ ਸ਼ੁਰੂ ਕਰਤਾ। ਸਿਆਣਾ ਆਇਆ, ਉਹ ਕਹਿੰਦਾ ਕੀ ਕਰਦਾ? ਕਹਿੰਦਾ ਤੈਨੂੰ ਨਹੀਂ ਪਤਾ ਮੈਂ ਬੜਾ ਮਹਿੰਗਾ ਬੂਟਾ ਲਾਇਆ ਤੇ ਮੈਨੂੰ ਰੋਜ਼ ਸਾਫ਼ ਕਰਦਾ ਤੇ ਪਾਣੀ ਤਰੁੰਕਦਾ। ਉਹ ਕਹਿੰਦਾ ਇਹਦੇ ਨਾਲ ਕੀ ਹੋਣਾ? ਕਹਿੰਦਾ ਇਹਦੇ ਨਾਲ ਮੇਰੇ ਘਰ 'ਚ ਲੱਗਾ ਰੁੱਖ ਸੋਹਣਾ ਲੱਗੂਗਾ, ਵਧੂ ਫੁੱਲੂਗਾ ਤੇ ਮੈਨੂੰ ਮਿੱਠੇ ਫਲ ਦਊਗਾ, ਠੰਡੀ ਛਾਂ ਦਊਗਾ। ਕਹਿੰਦੇ ਭੋਲਿਆ ਗੱਲ ਸੁਣ, ਕਿੰਨਾ ਮਰਜੀ ਮਹਿੰਗਾ ਬੂਟਾ ਲਾ ਲੈ, ਇਹਦੇ ਪੱਤਿਆਂ ਨੂੰ ਰੋਜ਼ ਧੋ, ਘੱਟਾ ਸਾਫ਼ ਕਰ, ਪਾਣੀ ਦਾ ਤਰੋਕਾ ਦੇ, ਪਰ ਇੱਕ ਗੱਲ ਯਾਦ ਰੱਖੀ 10 ਦਿਨ ਜੜ ਨੂੰ ਪਾਣੀ ਨਾ ਦਿੱਤਾ ਤੇ ਪੱਤਿਆਂ ਨੂੰ ਪਾਣੀ ਤਰੋ ਕੇ ਬੂਟਾ ਖਰਾਬ ਕਰ ਲੇਗਾ ਆਪਣਾ, ਇਹਨੇ ਤੈਨੂੰ ਕੁਝ ਨਹੀਂ ਦੇਣਾ। ਫਿਰ ਅੱਜ ਇਹ ਉਦਾਹਰਨ ਕੀ ਆ? ਜੀਵਨ ਇੱਕ ਰੁੱਖ ਹੈ ਤੇ ਜੀਵਨ ਦੇ ਆ ਬਾਹਰੀ ਜੋ ਇੰਦਰੇ ਨੇ ਇਹ ਸੰਗਤ ਜੀ ਪੱਤੇ ਨੇ। ਅਸੀਂ ਰੋਜ਼ ਇਹਨਾਂ ਨੂੰ ਪਾਣੀ ਦੇ ਰਹੇ ਹਾਂ, ਇਹਨਾਂ ਨੂੰ ਖਾਣ ਪਾਣ ਪਹਿਰਾਨ ਸਭ ਕੁਝ ਦੇ ਰਹੇ ਹਾਂ, ਪਰ ਸਤਿਗੁਰੂ ਕਹਿੰਦੇ ਇੰਦਰੀਆਂ ਨੂੰ ਰੁਝਾਨ ਦੇ ਨਾਲ ਕਦੇ ਆਤਮਾ ਚੜ੍ਹਦੀ ਕਲਾ 'ਚ ਨਹੀਂ ਜਾਂਦੀ। ਜੇ ਆਤਮਾ ਰੂਪੀ ਜੜ 'ਚ ਗੁਰਬਾਣੀ ਦਾ ਪਾਣੀ, ਜਾਪ ਦਾ ਪਾਣੀ ਨਾ ਦਿੱਤਾ ਤੇ ਸੱਚ ਜਾਣੀ ਆ ਬਾਹਰੀ ਪੱਤੇ ਸਾਫ਼ ਕਰਨ ਨਾਲ ਤੇਰੇ ਕੋਲ ਖੇੜੇ ਨਹੀਂ ਆਉਣੇ। ਸੰਗਤ ਜੀ ਜਿੱਦਣ ਮਨ ਮੰਨ ਗਿਆ ਨਾ ਕਿ ਵਾਕਿਆ ਹੀ ਸਤਿਗੁਰੂ ਪੈਸਿਆਂ ਦੇ ਢੇਰ ਤੇ ਰਹਿੰਦੇ ਆ, ਜ਼ਿੰਦਗੀ ਤੇ ਤਾਂ ਵੀ ਮੁਰਝਾਈ ਰਹਿੰਦੀ। ਧੀਆਂ ਪੁੱਤਾਂ ਦੇ ਸੁੱਖ ਨੇ ਪਰ ਇਹ ਸੁੱਖ ਵੀ ਥੋੜ ਚਿਰੇ ਨੇ। ਸਤਿਗੁਰੂ ਤੂੰ ਦੁਨੀਆ ਬਹੁਤ ਵਿਖਾਈ, ਅਸੀਂ ਵੇਖੀ ਵੀ, ਪਰ ਸੱਚੀ ਜੋ ਖੇੜਾ ਸਾਧੂਆਂ ਦੇ ਕੋਲ ਹੁੰਦਾ, ਜੋ ਖੇੜਾ ਬਾਣੀ 'ਚ ਹੈ ਉਹ ਨਹੀਂ ਸਾਡੇ ਕੋਲ ਆਇਆ। ਜਿੱਦਣ ਸੰਗਤ ਜੀ ਮਨ ਮੰਨ ਗਿਆ ਨਾ ਉਧਰ ਸੱਚ ਜਾਣਿਓ ਇਹ ਸਾਧਨਾ ਦੀ ਲੋੜ ਤੇ ਜ਼ਰੂਰ ਰਹੂਗੀ, ਪਰ ਇਸ ਸਾਧਨਾ ਦੇ ਵਿੱਚ ਫਿਰ ਸਿੱਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਜੁੜ ਜਾਏਗਾ। ਪਾਤਸ਼ਾਹ ਜੀ ਕਹਿੰਦੇ ਫਿਰ ਉਹ ਬਾਣੀ ਦੇ ਅਭਿਆਸ ਵਾਲੇ ਪਾਸੇ ਆਵੇਗਾ। ਫਿਰ ਤਾਂ ਉਹਦਾ ਮੇਨ ਟੀਚਾ ਪਤਾ ਕੀ ਰਹਿ ਜਾਂਦਾ ਕਿ ਜੇ ਮੈਨੂੰ ਕਿਸੇ ਸ਼ੈ ਨੇ ਸੁੱਖ ਦੇਣਾ ਤੇ ਉਹ ਧਨ ਨੇ ਨਹੀਂ ਦੇਣਾ, ਵਾਹਿਗੁਰੂ ਜੀ ਦੇ ਨਾਮ ਨੇ ਦੇਣਾ। ਕਿਉਂਕਿ ਦੇਖੋ ਵਰਤਣਾ ਪੈਸਾ ਹੀ ਹੈ, ਖਾਣੀ ਰੋਟੀ ਹੈ, ਪਾਣੇ ਕੱਪੜੇ ਨੇ, ਵਰਤਣਾ ਸਰੀਰ ਨੂੰ ਆ, ਪਰ ਜਦੋਂ ਸਰੀਰ ਨੂੰ ਨਾਮ ਦੀ એનર્ਜੀ ਜਾਊਗੀ ਨਾ ਉਦੋਂ ਮੰਦਾ ਖਾ ਕੇ ਵੀ ਗੁਰੂ ਸਾਹਿਬ ਕਹਿੰਦੇ ਚੰਗਾ ਚੰਗਾ ਹੋ ਜਾਏਗਾ। ਪਰ ਜੇ ਸਭ ਕੁਝ ਵਧੀਆ ਖਾ ਕੇ ਵੀ ਕਦੇ ਗੁਰੂ ਨਹੀਂ, ਫਿਰ ਅਸਾੜ ਤਪੱਸਾ ਤਪੰਦਾ ਤਿਸ ਲੱਗੈ ਹਰ ਨਾ ਜਿੰਨਾ ਪਾਸ। ਸਤਿਗੁਰੂ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਦੇ ਜੀਵਨ 'ਚ ਨਾ ਇੱਕ ਘਟਨਾ ਕਹਿ ਕੇ ਅਸੀਂ ਸਮਾਪਤੀ ਵਾਲੇ ਪਾਸੇ ਤੁਰੀਏ। ਇੱਕ ਜੋਗੀ ਸੀ, ਬਾਹਰੀ ਭੇਖ ਉਹਨੇ ਕੀ ਬਣਾਇਆ, ਪੂਰੇ ਸਰੀਰ ਦੇ ਨਾਲ ਸਵਾ ਮਾਲੀ ਤੇ ਮਲੀ ਵੀ ਬਹੁਤ ਜ਼ਿਆਦਾ,
ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸ਼ਰਣੀ ਆਇਆ। ਉਹਦਾ ਨਾਮ ਸੀ ਸੀਤਲ ਦਾਸ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੇਲੇ ਇੱਕ ਸਿੱਖ ਹੋਇਆ ਭਾਈ ਸੁਥਰਾ ਸ਼ਾਹ, ਤੇ ਇਹਨੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕੀਤਾ। ਸੁਥਰਾ ਸ਼ਾਹ ਬਾਰਾਮੂਲੇ ਇਲਾਕੇ ਬਹਿਰਾਮਪੁਰ ਦੇ ਰਹਿਣ ਵਾਲੇ ਨੇ, ਕਸ਼ਮੀਰ। ਜੇ ਕਿਸੇ ਫੌਜੀ ਵੀਰ ਨੇ ਉਹ ਇਲਾਕੇ ਦੇ ਦਰਸ਼ਨ ਕੀਤੇ ਹੋਣ, ਘਰਦਿਆਂ ਨੇ ਜੰਮਦੇ ਨੂੰ ਬਾਹਰ ਸੁੱਟਤਾ ਸੀ ਕਿਉਂਕਿ ਇਹਦੇ ਦੰਦ ਸੀ, ਤੇ ਘਰ ਦੇ ਕਹਿੰਦੇ ਜਹਿਮਤ ਕਿੱਥੋਂ ਪੱਲੇ ਪੈ ਗਈ। ਪਰ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਸਿੱਖੀ ਦੇ ਪ੍ਰਚਾਰ ਲਈ ਭਾਈ ਕੱਟੂ ਨੂੰ ਮਿਲਣ ਗਏ, ਉਹਨਾਂ ਨੇ ਬੱਚੇ ਨੂੰ ਰੋਂਦਿਆਂ ਵੇਖਿਆ, ਲੈ ਕੇ ਆਏ। ਤੇ ਸਤਿਗੁਰੂ ਪਿਤਾ ਕਹਿੰਦੇ ਪਤਾ ਕਰੋ ਇਹ ਕਿਹਦਾ ਬੱਚਾ ਹੈ, ਕਿਉਂਕਿ ਮਹਾਰਾਜ ਜਦੋਂ ਜਿਸ ਪਿੰਡ 'ਚ ਰੁਕੇ ਇੱਕ ਪਰਿਵਾਰ ਆਇਆ, ਜੀ ਸਾਡਾ ਮਰਜ ਕਹਿੰਦੇ ਸੁੱਟਿਆ ਕਿਉਂ? ਕਹਿੰਦੇ ਖੁਥਰਾ ਏ ਮਹਾਰਾਜ ਜੀ, ਜਹਿਮਤ ਪੱਲੇ ਪੈ ਗਈ, ਇਹਦੇ ਜੰਮਦੇ ਦੇ ਦੰਦ ਨੇ ਤੇ ਸਾਡੇ ਘਰ 'ਚ ਬਲਾ ਆ ਗਈ। ਗੁਰੂ ਸਾਹਿਬ ਕਹਿੰਦੇ ਜਿਹਨੂੰ ਤੁਸੀਂ ਖੁਥਰਾ ਕਹਿੰਦੇ ਹੋ ਸਾਡਾ ਸੁਥਰਾ ਹੈ, ਤੇ ਕੱਲਾ ਸੁਥਰਾ ਨਹੀਂ ਸੁਥਰਾ ਸ਼ਾਹ ਹੋਵੇਗਾ। ਤੁਸੀਂ ਧੱਕੇ ਮਾਰਦੇ ਨੇ ਪਰ ਇਹ 10ਵੇਂ ਗੁਰੂ ਤੱਕ ਸਿੱਖੀ ਦਾ ਪ੍ਰਚਾਰ ਕਰੂਗਾ। ਵੇਖੋ ਇਹਨੂੰ ਗੁਰੂ ਨੇ ਨਵਾਜਿਆ, ਬੜਾ ਲੰਮਾ ਇਤਿਹਾਸ। ਇੱਕ ਘਟਨਾ ਲੈਣੀ ਜੀ, ਇਹ ਸੱਚੇ ਪਿਤਾ ਦੇ ਨਾਮ ਬਾਣੀ 'ਚ ਬੜਾ ਗੜੁੰਦ ਰਹਿੰਦਾ ਸੀ। ਸੰਗਤ ਜੀ ਉਹੀ ਸਿੱਖ ਹੈ ਜਿਹਨੂੰ ਜਿਹਦੇ ਖੇੜੇ ਨੂੰ ਵੇਖੇ। ਫਿਰ ਬੇਨਤੀ ਸੁਣਿਓ, ਮੈਂ ਤੁਸੀਂ ਅਸੀਂ ਨਿਤਨੇਮ ਸਾਰੇ ਕਰਦੇ ਆ, ਬਾਣੀ ਪੜ੍ਹਦੇ ਆ, ਜਿੰਨੀ ਕਿ ਚਲੋ ਗੁਰੂ ਕਰਾ ਲੇ ਕਿਰਪਾ, ਪਰ ਸਾਡੇ ਮਨ 'ਚ ਵੀ ਇੱਕ ਸਵਾਲ ਹੋਵੇਗਾ। ਜਪਜੀ ਅਸੀਂ ਵੀ ਉਹੀ ਪੜ੍ਹਦੇ ਹਾਂ, ਤੇ ਡਾਕਟਰ ਸ਼ਿਵ ਸਿੰਘ ਜੀ ਵੀ ਉਹੀ ਪੜ੍ਹਦੇ ਹੋਣਗੇ, ਸੁਖਮਣੀ ਅਸੀਂ ਵੀ ਉਹੀ ਪੜ੍ਹਦੇ ਹਾਂ, ਪਰ ਇੱਕ ਦੇ ਚਿਹਰੇ ਤੇ ਲਾਲੀਆਂ, ਇੰਨਾ ਸੰਤੋਖ, ਇੰਨਾ ਸਿਦਕੀ ਜੀਵਨ। ਬਾਣੀ ਤੇ ਉਹੀ ਨਾ, ਪਰ ਬਾਣੀ ਨੇ ਕਿਸੇ ਦੇ ਜੀਵਨ ਦੀ ਤਸਵੀਰ ਇੰਨੀ ਬਦਲਦੀ, ਉਹਦੇ ਚਿਹਰੇ ਵੱਲ ਵੇਖ ਕੇ ਹਿਰਦੇ 'ਚ ਠੰਡ ਪੈ ਜਾਂਦੀ। ਪਰ ਅਸੀਂ ਬਾਣੀ ਪੜ੍ਹ ਕੇ ਵੀ ਕਰੁੱਜ ਹਾਏ ਮਰ ਗਏ, ਲੁੱਟੇ ਗਏ। ਇਹਦਾ ਕਾਰਨ ਇਹੀ ਸਿੱਖਾਂ ਨੇ ਸਵਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਤਾ, ਮਹਾਰਾਜ ਜੀ ਬਾਣੀ ਅਸੀਂ ਵੀ ਪੜ੍ਹਦੇ ਹਾਂ ਤੇ ਸੁਥਰਾ ਵੀ ਪੜ੍ਹਦਾ, ਪਰ ਇਹਦੀ ਬਾਣੀ ਪੜ੍ਹੀ ਤੇ ਸਾਡੀ ਬਾਣੀ 'ਚ ਅੰਤਰ ਬੜਾ ਜੇ, ਕਾਰਨ ਕੀ? ਤੇ ਸਤਿਗੁਰੂ ਚਲੋ ਸੰਖੇਪ ਜੀ ਹੈ। ਮਹਾਰਾਜ ਕਹਿੰਦੇ ਸੁਥਰਾ ਬਾਣੀ ਪੜ੍ਹਦਾ ਜਿਵੇਂ ਪਾਣੀ 'ਚ ਪਤਾਸੇ ਪਾ ਦਿਓ ਤੇ ਪਤਾਸੇ ਘੁਲ ਕੇ ਪਾਣੀ ਦਾ ਰੂਪ ਹੋ ਗਏ। ਅਸੀਂ ਬਾਣੀ ਪੜ੍ਹਦੇ ਆ ਜਿਵੇਂ ਬਾਣੀ 'ਚ ਪੱਥਰ ਪਾਤਾ, ਬਸ ਉਹ ਜਦੋਂ ਜਿੰਨੀ ਕੁ ਬਾਣੀ ਪੜ੍ਹੀ 5 ਮਿੰਟ ਦੇ ਬੜਾ ਰੱਬ ਅਸੀਂ, ਮੇਰੇ ਤੋਂ ਵੱਡਾ ਬ੍ਰਹਮ ਗਿਆਨੀ ਕੋਈ ਨਹੀਂ। ਉਹ 10 ਮਿੰਟ ਬਾਅਦ ਫੇਰ ਉਹੀ ਸਭ ਕਰਮ, ਉਹੀ ਗੱਲਾਂ, ਉਹੀ ਗਾਲੀ ਗਲੋਚ, ਉਹੀ ਈਰਖਾ ਦਵੈਸ਼। ਅਸੀਂ ਭਿੱਜਦੇ ਜ਼ਰੂਰ ਆ, ਪਰ ਪੱਥਰ ਵਾਂਗ ਉੱਤੋਂ ਭਿੱਜਦੇ ਆ, ਅੰਦਰੋਂ ਸੁੱਕੇ ਦੇ ਸੁੱਕੇ ਹੀ ਰਹਿ ਜਾਂਦੇ ਆ। ਸੰਗਤ ਜੀ ਇਹ ਹੈ ਅਸਾਰਤ ਪੰਦਾ ਤਿਸ ਲੱਗਿਆ ਕਿ ਵਾਕਿਆ ਹੀ ਬਾਣੀ ਕਹਿੰਦੀ ਨਾਮ ਜਪੋ ਦੁੱਖ ਕੱਟੇ ਜਾਂਦੇ, ਬਾਣੀ ਕਹਿੰਦੀ ਨਾਮ ਜਪੋ ਆ ਹੋ ਜਾਂਦਾ। ਉਹ ਸਾਡੇ ਨਾਲ ਕਿਉਂ ਨਹੀਂ? ਕਿਉਂਕਿ ਸਾਡੇ ਨਾਲ ਤਾਂ ਅਸੀਂ ਪੱਥਰ ਵਰਗੇ ਹੋ ਗਏ ਆ। ਉੱਤੋਂ ਸਿੱਖ ਆ, ਉੱਤੋਂ ਬਾਣੀ ਪੜ੍ਹ ਰਹੇ ਆ, ਉੱਤੋਂ ਬਹੁਤ ਧਰਮੀ ਆ, ਪਰ ਬਾਅਦ ਚ ਕਹਿੰਦੇ ਜੇ ਅੰਦਰੋਂ ਸੁੱਕੇ ਰਹਿ ਗਏ ਤੇ ਜੜ੍ਹਾਂ ਤੇ ਫਿਰ ਉਦੇ ਹੀ। ਸੋ ਫਿਰ ਸੀਤਲ ਦਾਸ ਆਇਆ, ਮਹਾਰਾਜ ਕਹਿੰਦੇ ਬੜੀ ਸਭਾ ਮਿਲੀ ਆ। ਕਹਿੰਦਾ ਮਹਾਰਾਜ ਜੀ ਮੇਰੀ ਜ਼ਿੰਦਗੀ 'ਚ ਬੜੀ ਠੰਡ ਆ ਗਈ ਜੇ, ਮੇਰੀ ਜ਼ਿੰਦਗੀ 'ਚ ਦੁਨੀਆ ਦੀ ਅੱਗ ਮੁੱਕ ਗਈ। ਮੈਂ ਹੁਣ ਸਭਾ ਮਲ ਕੇ ਦੱਸਣਾ ਚਾਹੁੰਦਾ, ਮੈਂ ਦੁਨੀਆਦਾਰੀ ਛੱਡੀ, ਹੁਣ ਮੈਂ ਕੇਵਲ ਰੱਬ ਦੀ ਭਗਤੀ ਕਰਦਾ। ਲਾਗੇ ਬੈਠੇ ਸੁਤਰੇ ਨੇ ਨਾ ਚੁੱਡੀ ਮਾਰਦੀ, ਕਹਿੰਦਾ ਤੇਰਾ ਨਾਂ ਕੀ? ਉਹ ਕਹਿੰਦਾ ਮੇਰਾ ਨਾਂ ਸੀਤਲ ਦਾਸ। 5 ਮਿੰਟ ਹੋਏ ਫਿਰ ਚੁੱਡੀ ਮਾਰਦੀ, ਕਹਿੰਦਾ ਗੱਲ ਸੁਣ ਮੈਨੂੰ ਨਾਂ ਨਹੀਂ ਤੇਰਾ ਪਤਾ ਲੱਗਾ। ਹੁਣ ਨਾ ਤੁਸੀਂ ਇੱਕ ਬੰਦੇ ਨੂੰ 3-4 ਇੱਕੋ ਵਾਰੀ ਗੱਲ ਪੁੱਛੋ ਨਾ, ਪਹਿਲੀ ਵਾਰੀ ਤੇ ਬੜਾ ਭੋਲਾ ਜਿਹਾ ਬੋਲੇਗਾ, ਦੂਜੀ ਤੀਜੀ ਵਾਰੀ ਵੀ ਉਦਾਂ, ਚੌਥੀ ਵਾਰੀ ਪੁੱਛੋ ਡਾਂਗ ਲਾ ਕੇ ਮਗਰ ਪੈ ਜਾਊਗਾ। ਤੈਨੂੰ ਪਤਾ ਨੀ ਲੱਗਦਾ 4 ਵਾਰੀ ਇੱਕੋ ਗੱਲ ਪੁੱਛੀ ਜਾਂਦਾ। ਸੀਤਲ ਦਾਸ ਨੂੰ ਦੂਜੀ ਵਾਰੀ ਪੁੱਛਿਆ ਤੇ ਥੋੜੀ ਟੋੜ ਉੱਚੀ ਹੋ ਗਈ। ਕਹਿੰਦਾ ਸੁਥਰਾ ਕਹਿਣ ਲੱਗਾ ਤੇਰਾ ਨਾਂ ਕੀ? ਕਹਿੰਦਾ ਤੈਨੂੰ ਹੁਣੇ ਨਹੀਂ ਦੱਸਿਆ ਸੀਤਲ ਦਾਸ। 10 ਮਿੰਟ ਬਾਅਦ ਫਿਰ ਸੀਤਲ ਦਾਸ ਦੇ ਚੁੰਡੀ ਮਾਰ ਕੇ ਕਹਿੰਦੇ ਤੇਰਾ ਨਾਂ ਕੀ? ਹੱਥ ਦੇ ਵਿੱਚ ਨਾ ਜੋਗੀਆਂ ਦੇ ਇੱਕ ਡੰਡਾ ਹੁੰਦਾ, ਲੈ ਕੇ ਕਹਿੰਦਾ ਬੱਖੀ 'ਚ ਮਾਰ ਕੇ ਦੱਸਾਂ ਤੇਰਾ ਨਾਂ ਕੀ? ਸੁਥਰਾ ਹੱਸ ਕੇ ਕਹਿਣ ਲੱਗਾ ਮੈਂ ਅੱਗੇ ਹੀ ਕਹਿੰਦਾ ਸੀ ਸਵਾ ਤੇ ਬੜੀ ਆ, ਅੱਗ ਲੱਭਦੀ ਪਈ ਨਹੀਂ। ਅੱਗ ਤੋਂ ਬਿਨਾਂ ਤੇ ਸਵਾ ਪੈਦਾ ਨਹੀਂ ਹੁੰਦੀ। ਤਨ ਤੇ ਸਵਾ ਮਲ ਕੇ ਨਾਮ ਸੀਤਲ ਦਾਸ ਰਖਾਉਣ ਵਾਲਿਆ, ਤੈਨੂੰ 3 ਵਾਰੀ ਨਾ ਪੁੱਛਿਆ ਤੇ ਮੂੰਹ ਚੋਂ ਅੱਗ ਦੇ ਭਾਂਗੜ ਬਾਹਰ ਕੱਢੀ। ਇਹਨੂੰ ਬਾਣੀ ਨੇ ਪਤਾ ਕਿਵੇਂ ਲਿਖਿਆ? ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੈ ਅਥਾ। ਸੋ ਸੰਗਤ ਜੀ ਮੇਰੇ ਸਤਿਗੁਰੂ ਕਹਿੰਦੇ ਬਾਹਰੀ ਜਿਸਮਾਂ ਤੇ ਸਵਾ ਮਲ ਲੈਣੀ ਜਾਂ ਨਾਮ ਸੀਤਲ ਦਾਸ ਰਖਾਉਣ ਦੇ ਨਾਲ ਕੋਈ ਸੀਤਲਤਾ ਵਾਲੇ ਪਾਸੇ ਨਹੀਂ। ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਪਵੇ ਤੇ ਜ਼ਿੰਦਗੀ ਸ਼ੀਤਲ ਹੋ ਜਾਂਦੀ ਆ। ਪਰ ਇੱਥੇ ਗੁਰੂ ਜੀ ਕਹਿੰਦੇ ਉਹ ਤਪਦੇ ਰਹਿ ਜਾਂਦੇ ਜਿਨ੍ਹਾਂ ਹਿਰਦਿਆਂ 'ਚ ਵਾਹਿਗੁਰੂ ਜੀ ਨਹੀਂ ਵਸਦੇ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧਿਆਸ। ਸਤਿਗੁਰੂ ਕਹਿੰਦੇ ਵਾਹਿਗੁਰੂ ਜੀ ਜੋ ਸਾਰੇ ਜਗਤ ਨੂੰ ਜੀਵਨ ਦੇ ਰਿਹਾ, ਸੰਗਤ ਜੀ ਉਸ ਵਿਆਪਕ ਵਾਹਿਗੁਰੂ ਨੂੰ ਤਿਆਗ ਕੇ ਭੁਲਾ ਕੇ ਜਦੋਂ ਮਨੁੱਖ ਦਾ ਗੁਲਾਮ ਹੋ ਜੇ ਨਾ,
ਫਿਰ ਪਾਤਸ਼ਾਹ ਕਹਿੰਦੇ ਜੀਵਨ ਬਹੁਤ ਅਧੂਰਾ ਲੰਘ ਜਾਂਦਾ। ਕੱਲ ਨੂੰ ਇਸ ਤੁਕ ਦੀ ਵਿਚਾਰ ਆਰੰਭ ਕਰਾਂਗੇ। ਭੁੱਲਾਂ ਦੀ ਖਿਮਾ। ਸਤਿਗੁਰੂ ਸਾਨੂੰ ਸਾਰਿਆਂ ਨੂੰ ਸੰਗਤ ਜੀ ਕਿਰਕਾ ਮਾਤਰ ਨਾਮ ਦੀ ਦਾਤ, ਗੁਰਬਾਣੀ ਦੇ ਅਭਿਆਸ ਦੀ ਦਾਤ, ਤੇ ਸਭ ਤੋਂ ਵੱਡੀ ਗੱਲ ਉਸ ਗੁਰਬਾਣੀ ਤੇ ਭਰੋਸੇ ਦੀ ਦਾਤ ਆ ਜਾਵੇ ਕਿ ਸਾਡੇ ਲਈ ਸਭ ਤੋਂ ਵੱਡਾ ਸੁੱਖ ਗੁਰਾਂ ਦੀ ਬਾਣੀ ਹੈ। ਭੁੱਲਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।